स्वीट मार्डन ਦੀ ਪੁਸਤਕ ਜੀਵਨ ਜਿਉਣ ਲਈ ਹੈ ਦਾ ਅਗਲਾ ਲੇਖ ਹੈ ਚੰਗਾ ਸਵਾਸਥ। ਆਪ ਦੀ ਸਿਹਤ ਚੰਗੀ ਹੈ ਜਾਂ ਨਹੀਂ? ਚੰਗੀ ਸਿਹਤ ਲਈ ਜ਼ਰੂਰੀ ਹੈ ਕਿ ਮਨੁੱਖ ਸਭ ਤੋਂ ਪਹਿਲਾਂ ਆਪਣੇ ਸਰੀਰ ਦੀ ਸਫਾਈ ਦਾ ਧਿਆਨ ਕਰੇ। ਮਨੁੱਖ ਗਰੀਬ ਹੋਵੇ ਜਾਂ ਅਮੀਰ, ਸਰੀਰ ਦੀ ਸਫਾਈ ਰੱਖਣ ਲਈ ਕੁਝ ਖਰਚ ਨਹੀਂ ਕਰਨਾ ਪੈਂਦਾ। ਇਹ ਤਾਂ ਸੁਭਾਵਿਕ ਤੌਰ ਤੇ ਰੱਖੀ ਜਾ ਸਕਦੀ ਹੈ। ਫਰਕ ਕੇਵਲ ਇਹ ਹੈ ਕਿ ਅਮੀਰ ਆਪਣੀ ਵਿੱਤੀ ਸਮਰੱਥਾ ਅਨੁਸਾਰ ਵੱਧ ਧਨ ਖਰਚ ਕੇ ਨਵੇਂ ਸਾਧਨਾਂ ਦਾ ਪ੍ਰਯੋਗ ਕਰਦਾ ਹੈ ਤੇ ਗਰੀਬ ਸਧਾਰਨ ਢੰਗ ਨਾਲ ਸਰੀਰ ਦੀ ਸਫਾਈ ਕਰਦਾ ਹੈ। ਕੁਦਰਤੀ ਢੰਗ ਵੀ ਸਹਾਈ ਹੋ ਸਕਦੇ ਹਨ। ਕੀ ਸਫਾਈ ਲਈ ਕੀਮਤੀ ਦੰਦ ਮੰਜਨ ਤੇ ਸਾਬਣ ਦੀ ਲੋੜ ਹੈ? ਕੁਦਰਤ ਨੇ ਬਹੁਤ ਕੁਝ ਸਾਧਨ ਮੁਫਤ ਦਿੱਤੇ ਹਨ। ਕੁਦਰਤ ਇਸ ਗੱਲ ਦੀ ਹੈ ਕਿ ਆਪ ਦਾ ਧਿਆਨ ਸਫਾਈ ਵੱਲ ਹੋਣਾ ਚਾਹੀਦਾ ਹੈ। ਇਸ ਬਾਰੇ ਲਾਪਰਵਾਹੀ ਨਾ ਵਰਤੀ ਜਾਏ। ਦਾਤਨ ਕੁਰਲਾ ਕੀਤੇ ਬਗੈਰ ਕੁਝ ਖਾਣਾ ਪੀਣਾ ਨਹੀਂ ਚਾਹੀਦਾ। ਜੇ ਸਰੀਰ ਨੂੰ ਸਾਫ਼ ਨਾ ਰੱਖਿਆ ਜਾਏ ਤਾਂ ਸਰੀਰ ਤੰਦਰੁਸਤ ਵੀ ਨਹੀਂ ਰਹੇਗਾ। ਸਰੀਰ ਦੀ ਲਾਪਰਵਾਹੀ ਦਾ ਮਤਲਬ ਹੈ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰਨਾ। ਸਫਾਈ ਬਾਰੇ ਕੁੱਤੇ ਵਾਲਾ ਅਖਾਣ ਮਨੁੱਖ ਦੀ ਅਗਵਾਈ ਕਰਦਾ ਹੈ ਤੇ ਜਦੋਂ ਕਿਹਾ ਜਾਂਦਾ ਕਿ ਕੁੱਤਾ ਵੀ ਪੂਛ ਨਾਲ ਥਾਂ ਸਾਫ਼ ਕਰਕੇ ਬੈਠਦਾ ਹੈ। ਅੰਗਰੇਜ਼ੀ ਵਿੱਚ ਵੀ ਕਿਹਾ ਜਾਂਦਾ ਹੈ ਕਲੀਨਲੀਨੈਸ ਇਜ਼ ਨੈਕਸਟ ਟੂ ਗੋਡਲੀਨੈਸ, ਭਾਵ ਸਫਾਈ ਰੱਬ ਦਾ ਰੂਪ ਹੈ। ਫਿਰ ਰੱਬ ਦੇ ਰੂਪ ਨੂੰ ਵਿਗਾੜਿਆ ਕਿਉਂ ਜਾਏ? ਵਾਤਾਵਰਨ ਤੇ ਆਪਣੇ ਆਲੇ ਦੁਆਲੇ ਕੂੜਾ ਕਰਕਟ ਸੁੱਟ ਗੰਦਗੀ ਨਾ ਵਧਾਓ ਤੇ ਪ੍ਰਦੂਸ਼ਣ ਰਹਿਤ ਜੀਵਨ ਹੀ ਸਾਡੇ ਲਈ ਜ਼ਰੂਰੀ ਹੈ। ਤੰਦਰੁਸਤ ਸਰੀਰ ਵਿੱਚ ਹੀ ਸਵਸਥ ਮਨ ਹੁੰਦਾ ਹੈ। ਗੰਦਗੀ ਬਿਮਾਰੀ ਦਾ ਲੱਛਣ ਹੁੰਦੀ ਹੈ। ਇਸ ਵਿੱਚ ਪੂਰੀ ਸਾਵਧਾਨੀ ਵਰਤੀ ਜਾਣੀ ਚਾਹੀਦੀ ਹੈ ਤੇ ਲਾਪਰਵਾਹੀ ਦੀ ਕੋਈ ਗੁੰਜਾਇਸ਼ ਨਹੀਂ। ਰਿਸ਼ਟ ਪੁਸ਼ਟ ਸਰੀਰ ਹੀ ਕੁਝ ਕਰ ਸਕਦਾ ਹੈ। ਰੋਗੀ ਸਰੀਰ ਤਾਂ ਕੇਵਲ ਸਰਾਪ ਹੈ। ਖਾਣ ਪੀਣ ਦਾ ਧਿਆਨ ਅਤ ਜ਼ਰੂਰੀ ਹੈ, ਨਹੀਂ ਤਾਂ ਸਰੀਰ ਵਿਗੜ ਸਕਦਾ ਹੈ। ਕਿਉਂਕਿ ਪਾਚਨ ਸ਼ਕਤੀ ਦਾ ਸਹੀ ਲਾਭ ਤਾਂ ਹੀ ਮਿਲਦਾ ਹੈ ਜੇ ਅਸੀਂ ਉਹਦਾ ਧਿਆਨ ਰੱਖਦੇ ਹਾਂ। ਭੋਜਨ ਦੀ ਬਣਤਰ ਤੇ ਪ੍ਰਯੋਗ ਬਾਰੇ ਲਾਪਰਵਾਹੀ ਨਾ ਵਰਤੀ ਜਾਵੇ। ਜੀਵਨ ਜਿਉਣ ਦੇ ਜਿਹੜੇ ਤਰੀਕਿਆਂ ਦਾ ਪਹਿਲਾ ਵੇਰਵਾ ਦਰਜ ਕੀਤਾ ਗਿਆ ਹੈ, ਉਹਨਾਂ ਦੀ ਪਾਲਣਾ ਤਾਂ ਹੀ ਸਹੀ ਢੰਗ ਨਾਲ ਕੀਤੀ ਜਾ ਸਕਦੀ ਹੈ ਜੇ ਸਾਡਾ ਸਵਾਸਥ ਠੀਕ ਹੈ। ਭੋਜਨ ਸਾਦਾ ਤੇ ਭੋਜਨ ਕਰਨ ਉਪਰੰਤ ਕੁਝ ਆਰਾਮ ਕਰਨਾ ਜ਼ਰੂਰੀ ਹੈ। ਭੱਜ ਨੱਠ ਵਿੱਚ ਭੋਜਨ ਨਹੀਂ ਕਰਨਾ ਚਾਹੀਦਾ। ਭੋਜਨ ਪ੍ਰੇਮ ਪੂਰਵਕ ਸ਼ਾਂਤੀ ਸਹਿਤ ਕੀਤਾ ਜਾਏ। ਵਧੇਰੇ ਤੇਲ ਪਦਾਰਥਾਂ ਦਾ ਪ੍ਰਯੋਗ ਨਾ ਕੀਤਾ ਜਾਏ। ਨਸ਼ੀਲੀਆਂ ਵਸਤਾਂ ਦਾ ਸੇਵਨ ਵੀ ਹਾਨੀਕਾਰਕ ਤੇ ਮਸਾਲੇਦਾਰ ਤੱਤਾਂ ਨੂੰ ਵਾਧੂ ਮਾਤਰਾ 'ਚ ਪ੍ਰਯੋਗ ਨਾ ਕੀਤਾ ਜਾਏ। ਸਾਦੇ ਭੋਜਨ ਨਾਲ ਵੀ ਸਰੀਰ ਦੀ ਸ਼ਕਤੀ ਬਣਾਈ ਰੱਖੀ ਜਾ ਸਕਦੀ ਹੈ। ਤਾਂ ਹੀ ਕਿਹਾ ਜਾਂਦਾ ਹੈ ਕਿ ਅਮੀਰ ਪਰ ਬਿਮਾਰ ਸਰੀਰ ਵਾਲੇ ਮਨੁੱਖ ਨੂੰ ਗੱਦੇ 'ਚ ਵੀ ਚੁਭਣ ਹੁੰਦੀ ਹੈ, ਪਰ ਤੰਦਰੁਸਤ ਵਿਅਕਤੀ ਬਗੈਰ ਬਿਸਤਰ ਤੋਂ ਵੀ ਪੂਰੀ ਨੀਂਦ ਲੈ ਸਕਦਾ ਹੈ। ਬਾਰ-ਬਾਰ ਖਾਣ ਨਾਲ ਸਰੀਰ ਖਰਾਬ ਹੋ ਸਕਦਾ ਹੈ। ਨਿਯਮਤ ਰੂਪ ਨਾਲ ਖਾਧਾ ਪੀਤਾ ਜਾਵੇ। ਖਾਣ ਪੀਣ ਦੇ ਸਹੀ ਢੰਗ ਨਾਲ ਰਹਿਣ ਸਹਿਣ ਦਾ ਢੰਗ ਵੀ ਠੀਕ ਹੋਣਾ ਚਾਹੀਦਾ ਹੈ। ਵਾਤਾਵਰਨ ਸ਼ੁੱਧ ਹੋਣਾ ਚਾਹੀਦਾ ਹੈ। ਵਾਤਾਵਰਨ ਜੇਕਰ ਦੂਸ਼ਿਤ ਹੋਏਗਾ ਤਾਂ ਸਰੀਰ ਦਾ ਪ੍ਰਭਾਵਿਤ ਹੋਏਗਾ ਹੀ। ਗੰਦਗੀ ਨੂੰ ਫੈਲਣ ਤੋਂ ਵੀ ਰੋਕਿਆ ਜਾਏ। ਜਿਵੇਂ ਦੀਮਕ ਲੱਕੜ ਨੂੰ ਖੋਖਲਾ ਕਰ ਦਿੰਦੀ ਹੈ, ਉਸ ਪ੍ਰਕਾਰ ਨਸ਼ੀਲੀਆਂ ਵਸਤਾਂ ਦਾ ਸੇਵਨ ਮਨੁੱਖ ਦੇ ਸਰੀਰ ਨੂੰ ਖੋਖਲਾ ਕਰ ਦਿੰਦਾ ਹੈ। ਨਸ਼ੀਲੇ ਪਦਾਰਥਾਂ ਦੀ ਲਾਹਨਤ ਨੂੰ ਜੀਵਨ 'ਚ ਕੋਈ ਜਗ੍ਹਾ ਨਾ ਦਿੱਤੀ ਜਾਏ, ਨਹੀਂ ਤਾਂ ਪਹੁੰਚਾ ਫੜਦੇ ਫੜਦੇ ਬਾਂਹ ਫੜ ਲਏਗੀ। ਨਸ਼ੀਲੀਆਂ ਵਸਤਾਂ ਮਨੁੱਖ ਦੀਆਂ ਸਭ ਨਾਲੋਂ ਵੱਡੀਆਂ ਤਾਕਤਾਂ ਨੂੰ ਨਸ਼ਟ ਕਰਦੀਆਂ ਹਨ ਤੇ ਦੁਸ਼ਮਣ ਵਾਲਾ ਰੋਲ ਅਦਾ ਕਰਦੀਆਂ ਹਨ। ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਜੇ ਭੈੜੀ ਆਦਤ ਪੈ ਜਾਏ ਤਾਂ ਉਸ ਤੋਂ ਪਿੱਛਾ ਛੁਡਾਉਣਾ ਮੁਸ਼ਕਿਲ ਹੋ ਜਾਂਦਾ ਹੈ। ਇੱਛਾ ਸ਼ਕਤੀ ਨਾਲ ਖਹਿੜਾ ਛੁਡਾਇਆ ਜਾ ਸਕਦਾ ਹੈ, ਪਰ ਆਦਤ ਹੀ ਕਿਉਂ ਪਾਈ ਜਾਏ? ਇਸ ਮਾਰੂ ਦੁਸ਼ਮਣ ਤੋਂ ਬਚਿਆ ਹੀ ਜਾਏ। ਅੱਛੀ ਸਿਹਤ ਲਈ ਇਹ ਕਰਨਾ ਜ਼ਰੂਰੀ ਹੈ। ਇਹ ਸੱਚ ਹੈ ਕਿ ਸਿਹਤ ਕਿਸੇ ਨਾ ਕਿਸੇ ਵੇਲੇ ਵਿਗੜਦੀ ਹੈ, ਪਰ ਕੋਸ਼ਿਸ਼ ਹੋਵੇ ਕਿ ਸਵਾਸਥ ਠੀਕ ਚੱਲਦਾ ਰਹੇ, ਜਿਸ ਲਈ ਨਿਯਮਾਂ ਦੀ ਪਾਲਣਾ ਦੀ ਜ਼ਰੂਰਤ ਹੈ। ਡਾਕਟਰ ਦੇ ਮਸ਼ਵਰੇ ਨੂੰ ਮੰਨੋ। ਡਾਕਟਰ ਵੱਲੋਂ ਦਿੱਤੀ ਦਵਾਈ ਦਾ ਸਮੇਂ ਸਿਰ ਇਸਤੇਮਾਲ ਕਰਨ ਨਾਲ ਬਿਮਾਰੀ ਦੂਰ ਹੋ ਸਕਦੀ ਹੈ। ਸਿਹਤ ਨੂੰ ਠੀਕ ਰੱਖਣ ਲਈ ਵਾਧੂ ਵਿਚਾਰਾਂ ਤੋਂ ਛੁਟਕਾਰਾ ਰੱਖੋ ਤੇ ਕੁਦਰਤ ਦੇ ਸਾਰੇ ਅਸੂਲਾਂ ਦੀ ਪਾਲਣਾ ਕਰੋ। ਡਾਕਟਰ ਨਾਲ ਆਰਾਮ ਨਾਲ ਗੱਲ ਕਰੋ ਤੇ ਵਾਦ ਵਿਵਾਦ ਕਰਨ ਦਾ ਕੋਈ ਲਾਭ ਨਹੀਂ ਹੁੰਦਾ। ਡਾਕਟਰ ਨੂੰ ਪਤਾ ਹੁੰਦਾ ਕਿਹੜੀ ਦਵਾਈ ਦੀ ਲੋੜ ਹੈ ਤੇ ਆਪਣੀ ਮਰਜ਼ੀ ਨਾਲ ਦਵਾਈ ਨਾ ਖਾਓ ਤੇ ਨਾ ਹੀ ਡਾਕਟਰ ਨੂੰ ਦਵਾਈ ਤਜਵੀਜ਼ ਕਰੋ। ਬਿਮਾਰੀ ਆਉਣ ਤੇ ਵਿਚਲਤ ਹੋਣ ਦੀ ਲੋੜ ਨਹੀਂ ਤੇ ਸ਼ਾਂਤ ਮਨ ਨਾਲ ਬਰਦਾਸ਼ਤ ਕਰਨ ਦੀ ਲੋੜ ਹੈ। ਆਪਣਾ ਸਵਾਸਥ ਬਣਾਈ ਰੱਖਣ ਲਈ ਨਿਯਮਾਂ ਦੀ ਪਾਲਣਾ ਦੀ ਲੋੜ ਹੈ। ਥਕਾਵਟ ਦੂਰ ਕਰਨ ਲਈ ਨਸ਼ੀਲੀਆਂ ਵਸਤੂਆਂ ਦਾ ਪ੍ਰਯੋਗ ਨਾ ਕਰੋ। ਜੇ ਪ੍ਰਯੋਗ ਕਰਦੇ ਰਹੋਗੇ ਤਾਂ ਉਹ ਵਸਤੂਆਂ ਆਪ ਤੇ ਹਾਵੀ ਹੋ ਜਾਣਗੀਆਂ, ਜਿਵੇਂ ਕਿ ਸਿਗਰਟ ਪੀਣਾ।
ਸਿਗਰਟ ਪੀਣ ਨਾਲ ਕਿਸੇ ਪ੍ਰਕਾਰ ਦਾ ਮਾਨਸਿਕ ਤਣਾਅ ਘੱਟ ਨਹੀਂ ਹੁੰਦਾ। ਸ਼ਰਾਬ ਨਾਲ ਥਕਾਵਟ ਦੂਰ ਨਹੀਂ ਹੁੰਦੀ। ਕਿਸੇ ਵੀ ਕਿਸਮ ਦੇ ਨਸ਼ੀਲੇ ਪਦਾਰਥ ਨਾਲ ਸਰੀਰ ਨੂੰ ਕੋਈ ਲਾਭ ਨਹੀਂ ਹੁੰਦਾ। ਇਹ ਕੇਵਲ ਇੱਕ ਛਲਾਵਾ ਹੈ। ਕੁਝ ਪਲਾਂ ਲਈ ਤਾਂ ਸ਼ਾਇਦ ਕੁਝ ਆਰਾਮ ਲੱਗਦਾ ਹੈ, ਪਰ ਅਸਲ 'ਚ ਅਸੀਂ ਉਹਨਾਂ ਵਸਤੂਆਂ ਦੇ ਗੁਲਾਮ ਹੋ ਜਾਂਦੇ ਹਾਂ। ਨਸ਼ੀਲੀਆਂ ਵਸਤਾਂ ਸਰੀਰ ਦੇ ਪ੍ਰਮੁੱਖ ਅੰਗਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਤੇ ਹੌਲੀ-ਹੌਲੀ ਮਨੁੱਖ ਨੂੰ ਦੀਮਕ ਵਾਂਗ ਚੱਟ ਕੇ ਥੋਥਾ ਤੇ ਕਮਜ਼ੋਰ ਕਰ ਦਿੰਦੀਆਂ ਹਨ ਤੇ ਫਿਰ ਇੱਕ ਹੀ ਚਾਰਾ ਰਹਿ ਜਾਂਦਾ ਹੈ, ਉਹ ਹੈ ਮੌਤ। ਕੁਝ ਵਿਅਕਤੀ ਸ਼ਰਾਬ ਦਾ ਸਹਾਰਾ ਲੈਂਦੇ ਹਨ ਕਿ ਗਮਾਂ ਤੋਂ ਛੁਟਕਾਰਾ ਮਿਲੇ ਤੇ ਗਾਉਂਦੇ ਹਨ, ਕੌਣ कहता है कि पीता हूँ नशे के लिए, पीता हूँ इसलिए कि गम ना रहे। ਅਸਲ 'ਚ ਸ਼ਰਾਬ ਪੀਣ ਦਾ ਬਹਾਨਾ ਹੈ ਤੇ ਆਪ ਹੀ ਸਪਸ਼ਟੀਕਰਨ ਦਿੰਦੇ ਹਨ, ਜਦੋਂ ਕਿ ਸੱਚ ਹੈ ਕਿ ਮਨੁੱਖ ਗਮ ਮਿਟਾਉਣ ਲਈ ਪੀਂਦਾ ਨਵੇਂ ਗਮ ਨੂੰ ਪਾਲ ਲੈਂਦਾ ਹੈ। ਉਹ ਗਮ ਹੈ ਕਿ ਸ਼ਰਾਬ ਕਿਵੇਂ ਪ੍ਰਾਪਤ ਕੀਤੀ ਜਾਏ। ਸ਼ਰਾਬ ਦੀ ਤਾਂਘ ਵਧੇਰੇ ਤਕਲੀਫ ਪਹੁੰਚਾਉਂਦੀ ਹੈ। ਕੁਝ ਲੋਕ ਬਿਮਾਰੀ ਦਾ ਬਹਾਨਾ ਕਰਕੇ ਸ਼ਰਾਬ ਪੀਂਦੇ ਹਨ, ਜਿਵੇਂ ਕਿ ਮਿਰਜ਼ਾ ਗਾਲਿਬ ਦਾ ਸ਼ੇਰ ਸ਼ਰਾਬ ਪੀਣ ਦਾ ਢੰਗ ਆਪਣੇ ਸ਼ਬਦਾਂ 'ਚ ਡਾਕਟਰ ਦੀ ਸਲਾਹ ਨਾ ਮੰਨਦਾ ਹੋਇਆ ਕਹਿੰਦਾ ਹੈ, ਪੀ ਜਿਸ ਕਦਰ ਮਿਲੇ ਸ਼ਬੇ ਮਹਤਾਬ ਮੇਂ, ਇਸ ਬਲਗਮੀ ਮਿਜ਼ਾਜ ਕੋ ਗਰਮੀ ਹੀ ਰਾਸ ਹੈ। ਡਾਕਟਰ ਨੇ ਗਾਲਿਬ ਨੂੰ ਸ਼ਰਾਬ ਪੀਣ ਤੋਂ ਮਨਾ ਕੀਤਾ ਸੀ, ਪਰ ਉਹਨਾਂ ਨੇ ਬੁਢਾਪੇ ਲਈ ਨੁਸਖਾ ਸ਼ਰਾਬ ਦੱਸ ਦਿੱਤਾ। ਮਨ ਦੀ ਦਸ਼ਾ ਜੀਵਨ ਦੇ ਉਤਰਾਅ ਚੜ੍ਹਾਅ ਨੂੰ ਦਲੇਰੀ ਜਾਂ ਬੁਜ਼ਦਿਲੀ ਨਾਲ ਸਾਹਮਣਾ ਕਰਨ ਦਾ ਢੰਗ ਦੱਸਦੀ ਹੈ। ਦਲੇਰੀ ਨਾਲ ਕਿਉਂ ਨਾ ਕੰਮ ਲਿਆ ਜਾਏ। ਕੋਈ ਵੀ ਕੰਮ ਅਣਮੰਨੇ ਦਿਲ ਨਾਲ ਕਰਨ ਤੇ ਕਾਮਯਾਬੀ ਨਹੀਂ ਮਿਲਦੀ, ਸਗੋਂ ਦ੍ਰਿੜ ਨਿਸ਼ਚਾ ਹੀ ਬੇੜਾ ਪਾਰ ਕਰਦਾ ਹੈ। ਸਫਲਤਾ ਦਾ ਰਹੱਸ ਹੈ ਖੁਸ਼ੀਆਂ ਭਰਪੂਰ ਆਸ਼ਾਵਾਂ। ਸਾਡੇ ਵਿਚਾਰ ਹੀ ਸਾਡੀ ਅਗਵਾਈ ਕਰਦੇ ਹਨ, ਇਸ ਲਈ ਵਿਚਾਰ ਸ਼ੁੱਧ ਹੋਣੇ ਚਾਹੀਦੇ ਹਨ। ਪੰਜਾਬੀ ਅਖਾਣ ਹੈ, ਜਿਹਾ ਅੰਨ ਤਿਹਾ ਮਨ। ਖਾਣ ਪੀਣ ਰਹਿਣ ਸਹਿਣ ਠੀਕ ਹੈ ਤਾਂ ਵਿਚਾਰ ਆਪਣੇ ਆਪ ਸ਼ੁੱਧ ਹਨ। ਆਪਣੇ ਜੀਵਨ 'ਚ ਚੰਗੇ ਵਿਚਾਰਾਂ ਤੇ ਚੰਗੇ ਕਰਮਾਂ ਦਾ ਸਹਾਰਾ ਲੈਣਾ ਸਮਝਦਾਰੀ ਹੈ। ਮਨੁੱਖ ਦੀ ਸੋਚ ਸੁੱਚੀ ਹੋਣੀ ਚਾਹੀਦੀ ਹੈ। ਭੌਤਿਕ ਪਦਾਰਥਾਂ ਨਾਲ ਭਰੇ ਸੁੱਖ ਲਾਭਦਾਇਕ ਨਹੀਂ ਹੁੰਦੇ, ਸਗੋਂ ਮਨੁੱਖ ਨੂੰ ਆਪਣਾ ਗੁਲਾਮ ਬਣਾ ਲੈਂਦੇ ਹਨ। ਜੀਵਨ 'ਚ ਜੇਕਰ ਕੁਝ ਪ੍ਰਾਪਤ ਕਰਨਾ ਤੇ ਸ਼ੁੱਧ ਕਰਮ, ਨਾ ਕਿ ਭੌਤਿਕ ਪਦਾਰਥ। ਭੌਤਿਕ ਪਦਾਰਥ ਮਨ 'ਚ ਲਾਲਚ ਪੈਦਾ ਕਰਦੇ ਹਨ ਤੇ ਲਾਲਚ ਮਨੁੱਖ ਨੂੰ ਬਰਬਾਦੀ ਵਾਲੇ ਪਾਸੇ ਲੈ ਜਾਂਦਾ ਹੈ। ਠੱਗੀ ਚੋਰੀ ਦਾ ਸਹਾਰਾ ਲੈਂਦਾ ਹੈ ਬੰਦਾ ਆਪਣੀ ਤ੍ਰਿਸ਼ਨਾ ਦੀ ਸੰਤੁਸ਼ਟੀ ਲਈ। ਜੋ ਮਨੁੱਖ ਆਪਣੀ ਸ਼ਕਤੀ ਤੇ ਮਨ ਤੇ ਕਾਬੂ ਰੱਖਦਾ ਹੈ ਤੇ ਰੱਬੀ ਰਾਹ ਨੂੰ ਕਬੂਲਦਾ ਹੈ, ਉਹਨੂੰ ਜੀਵਨ 'ਚ ਕੋਈ ਔਖ ਨਹੀਂ ਆਉਂਦੀ ਤੇ ਸੁਖਾਵਾਂ ਜੀਵਨ ਹੁੰਦਾ ਹੈ। ਵਹਿਮਾਂ ਭਰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਭੂਤ ਪ੍ਰੇਤ ਸਭ ਝੂਠ ਹੈ, ਕੇਵਲ ਮਨ ਦੀ ਕਲਪਨਾ ਹੈ। ਬੰਦਾ ਇਹਨਾਂ ਦੇ ਡਰ ਨਾਲ ਨਿਰਾਸ਼ ਹੋ ਜਾਂਦਾ ਹੈ ਤੇ ਨਿਰਾਸ਼ਾ ਜੀਵਨ ਨੂੰ ਕਸ਼ਟ ਪਹੁੰਚਾਉਂਦੀ ਹੈ। ਨਿਰਾਸ਼ਾ ਨੂੰ ਤਿਆਗ ਕਸ਼ਟ ਤੋਂ ਬਚਿਆ ਜਾ ਸਕਦਾ ਹੈ। ਮਾਨਸਿਕ ਸ਼ਕਤੀ ਦਾ ਜੀਵਨ ਵਿੱਚ ਬਹੁਤ ਵੱਡਾ ਮਹੱਤਵ ਹੈ। ਗੁਰੂ ਰਵਿਦਾਸ ਜੀ ਨੇ ਮਨੁੱਖ ਨੂੰ ਸਮਝਾਉਂਦੇ ਹੋਏ ਕਿਹਾ, ਜੇ ਮਨ ਚੰਗਾ ਤਾਂ ਕਠੌਤੀ 'ਚ ਗੰਗਾ। ਅੱਜ ਦੇ ਮਾਹੌਲ 'ਚ ਮਾਨਸਿਕ ਸ਼ਕਤੀ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਚਾਰੋਂ ਪਾਸੇ ਹਾਹਾਕਾਰ ਮਚੀ ਹੈ ਤੇ ਆਤਮ ਵਿਸ਼ਵਾਸ ਹੀ ਮਨੁੱਖ ਦੀ ਬੇੜੀ ਬੰਨੇ ਲਾ ਸਕਦਾ ਹੈ। ਇੱਕ ਕਵੀ ਨੇ ਠੀਕ ਹੀ ਕਿਹਾ ਹੈ, ਜਬ ਕਿਸ਼ਤੀ ਸਾਬਤ व सालम थी, साहिल की तमन्ना किसको थी, अब ऐसी शिकस्ता किश्ती पर साहिल की तमन्ना कौन करे। ਭਾਵੇਂ ਕਿ ਮਨੁੱਖ ਦਾ ਵਿਸ਼ਵਾਸ ਹੀ ਉਹਨੂੰ ਸਫਲਤਾ ਪ੍ਰਦਾਨ ਕਰਦਾ ਹੈ। ਆਪਣੇ ਕਾਰਜ ਨੂੰ ਪੂਰਾ ਕਰਨ ਦਾ ਸੰਕਲਪ ਸਰੀਰਕ ਉਤਸ਼ਾਹ ਦੀ ਸਭ ਤੋਂ ਵੱਡੀ ਕੁੰਜੀ ਹੈ। ਫਰਜ਼ ਦਾ ਨਿਭਾਉਣਾ ਹੀ ਮਨੁੱਖੀ ਜੀਵਨ ਦੇ ਰੋਗਾਂ ਦੀ ਦਾਰੂ ਹੈ। ਆਲਸ ਮਨੁੱਖ ਨੂੰ ਨੁਕਸਾਨ ਕਰਦਾ ਹੈ। ਸਫਲਤਾ ਵਾਸਤਵ ਵਿੱਚ ਸੰਕਲਪ ਦਾ ਦੂਸਰਾ ਨਾਮ ਹੈ ਤੇ ਮਨ ਇਹਨਾਂ ਸੰਕਲਪਾਂ ਦਾ ਸਰੋਤ ਹੈ। ਸਾਨੂੰ ਚਾਹੀਦਾ ਹੈ ਕਿ ਮਨ ਨੂੰ ਨਿਕੰਮਾ ਨਾ ਹੋਣ ਦਿੱਤਾ ਜਾਏ। ਮਨ ਸ਼ਾਂਤ ਤੇ ਪ੍ਰਸੰਨ ਹੋਵੇ ਤਾਂ ਕਮਜ਼ੋਰ ਸਰੀਰ ਵੀ ਔਖੇ ਤੋਂ ਔਖਾ ਕੰਮ ਕਰ ਸਕਦਾ ਹੈ। ਮਨ ਸਾਡੇ ਸਰੀਰ ਦਾ ਵਿਕਾਸ ਕਰਦਾ ਹੈ। ਅਸੀਂ ਜਿਹੋ ਜਿਹਾ ਸੋਚਦੇ ਹਾਂ ਤੇ ਵਾਪਰ ਜਾਂਦਾ ਹੈ। ਦੂਸਰਿਆਂ ਵੱਲੋਂ ਬਿਮਾਰ ਕਰਨ ਵਾਲੀਆਂ ਗੱਲਾਂ ਤੇ ਧਿਆਨ ਨਹੀਂ ਦੇਣਾ ਚਾਹੀਦਾ। ਸ਼ੰਕਾ ਦੇ ਪ੍ਰਭਾਵ ਨੂੰ ਘੱਟ ਕੀਤਾ ਜਾਏ। ਇੱਕ ਸੱਚ ਹੈ ਕਿ ਵਹਿੰਦੀ ਨਦੀ ਦੇ ਪਲ ਪਲ ਬਦਲ ਰਹੇ ਜਲ ਵਿੱਚ ਇੱਕ ਵਾਰ ਪੈਰ ਰੱਖ ਕੇ ਉਸ ਥਾਂ ਮੁੜ ਜਲ 'ਚ ਪੈਰ ਨਹੀਂ ਰੱਖਿਆ ਜਾ ਸਕਦਾ, ਕਿਉਂਕਿ ਤਦ ਤੱਕ ਚਾਲੂ ਪਾਣੀ ਗਾਂਹ ਜਾ ਚੁੱਕਦਾ ਹੈ। ਇਹ ਨਿਯਮ ਮਾਨਵ ਜੀਵਨ ਦੇ ਨਾਲ ਵੀ ਸਾਰਥਕ ਸਿੱਧ ਹੁੰਦਾ ਹੈ। ਜੀਵਨ ਵੀ ਪਲ ਪਲ ਬਦਲ ਰਿਹਾ ਹੈ, ਇਸ ਲਈ ਅੱਜ ਦਾ ਹੀ ਮਹੱਤਵ ਹੈ। ਫਿਰ ਹਰ ਪਲ ਬਦਲ ਰਹੇ ਤੇ ਨਿਸ਼ਚਿਤ ਤੇ ਅਣਜਾਣ ਭਵਿੱਖ ਦੀਆਂ ਗੁੱਥੀਆਂ ਸੁਲਝਾਉਣ 'ਚ ਅੱਜ ਦੇ ਸੁੱਖ ਨੂੰ ਨਸ਼ਟ ਕਿਉਂ ਕੀਤਾ ਜਾਏ। ਪ੍ਰਾਚੀਨ ਰੋਮਨ ਲੋਕਾਂ ਦਾ ਕਹਿਣਾ ਹੈ, ਅੱਜ ਨੂੰ ਨਾ ਗੁਆ, ਅੱਜ ਦਾ ਪੂਰਾ ਪ੍ਰਯੋਗ ਕਰ। Tomorrow is today, you worried about yesterday।
ਇਸ ਉਕਤੀ ਦਾ ਮਤਲਬ ਹੀ ਭੂਤ ਤੇ ਭਵਿੱਖ ਦੀਆਂ ਚਿੰਤਾਵਾਂ ਨੂੰ ਛੱਡ ਕੇ ਅੱਜ ਦੇ ਫਿਕਰ ਦਾ ਸੁਝਾਅ ਹੈ। ਕੀ ਆਪ ਭੈ ਸ਼ੰਕਾ ਦੀ ਸਥਿਤੀ ਤੋਂ ਛੁਟਕਾਰਾ ਪਾਉਣ ਲਈ ਕੋਈ ਢੰਗ ਸਿਰ ਤੇ ਸੁਚੱਜੀ ਵਿਧੀ ਅਪਣਾ ਸਕਦੇ ਹੋ? ਆਪ ਉਸੇ ਵਿਧੀ ਦਾ ਪ੍ਰਯੋਗ ਕਰਨ ਦੇ ਚਾਹਵਾਨ ਹੋ। ਇਹ ਵਿਧੀ ਬਹੁਤ ਸਧਾਰਨ ਹੈ ਤੇ ਕੋਈ ਵੀ ਇਹਦਾ ਉਪਯੋਗ ਕਰ ਸਕਦਾ ਹੈ। ਇਸ ਦੀਆਂ ਕਈ ਪ੍ਰਕਾਰ ਦੀਆਂ ਕਿਰਿਆਵਾਂ ਹਨ। ਪਹਿਲੀ ਹਾਲਤ ਵਿੱਚ ਮਨੁੱਖ ਨੂੰ ਆਪਣੀ ਮੰਦੀ ਹਾਲਤ ਦੀ ਨਿਡਰਤਾ ਤੇ ਇਮਾਨਦਾਰੀ ਨਾਲ ਘੋਖ ਕਰਨੀ ਚਾਹੀਦੀ ਹੈ ਤੇ ਨਿਰਣਾ ਕਰਨਾ ਚਾਹੀਦਾ ਹੈ ਕਿ ਅਸਫਲਤਾ ਦੇ ਕੀ ਕਾਰਨ ਹਨ। ਦੂਸਰੀ ਹਾਲਤ ਵਿੱਚ ਅਨੁਚਿਤ ਕੀ ਹੈ ਇਹ ਜਾਣਨ ਦੀ ਲੋੜ ਹੈ। ਡਰ ਸਾਡੇ ਅਵਚੇਤਨ ਮਨ ਦੀ ਇੱਛਾ ਪੂਰਤੀ ਕਰਨ 'ਚ ਔਕੜ ਪੈਦਾ ਕਰਦਾ ਹੈ। ਸਾਡੇ ਮਨ ਦਾ ਡਰ ਹੀ ਸਾਡੇ ਅੱਗੇ ਆਉਂਦਾ ਹੈ, ਕਿਉਂਕਿ ਜਿਸ ਕੰਮ ਦੀ ਪੂਰਤੀ 'ਚ ਸ਼ੰਕਾ ਹੋਣ ਕਾਰਨ ਕੰਮ ਸਹੀ ਨਹੀਂ ਹੁੰਦਾ ਤੇ ਵਿਗਾੜ ਪੈਦਾ ਹੋ ਜਾਂਦਾ ਹੈ। ਸਾਡਾ ਪਹਿਲਾ ਧਰਮ ਹੈ ਕਿ ਮਨ ਦੇ ਡਰ ਨੂੰ ਤਿਆਗਿਆ ਜਾਏ। ਡਰ ਸਾਡੀ ਸੰਕਟ ਨਿਰੋਧਕ ਸ਼ਕਤੀ ਦੀ ਕਮਰ ਤੋੜ ਦਿੰਦਾ, ਜਿਸ ਨਾਲ ਅਸੀਂ ਡਰੇ ਰਹਿੰਦੇ ਹਾਂ। ਇਸ ਪ੍ਰਕਾਰ ਡਰ ਸਾਡੀ ਚਿੰਤਨ ਸ਼ਕਤੀ ਨੂੰ ਦੁਰਬਲ ਕਰਦਾ ਹੈ। ਅਸ਼ਾਂਤ ਮਨ ਕਦੀ ਵੀ ਉਚਿਤ ਰੂਪ 'ਚ ਪ੍ਰਭਾਵਸ਼ਾਲੀ ਰੂਪ ਨਾਲ ਨਹੀਂ ਸੋਚ ਸਕਦਾ। ਡਰ ਕਾਰਨ ਕੋਈ ਵੀ ਰਚਨਾਤਮਕ ਕੰਮ ਨਹੀਂ ਕਰ ਸਕਦਾ। ਡਰ ਮਨ ਦੀ ਕੁਦਰਤੀ ਸੋਚ ਕਿਰਿਆ ਨੂੰ ਠੱਲ ਪਾ ਕੇ ਸਾਡੀ ਸਮਰੱਥਾ ਨੂੰ ਘੱਟ ਕਰਦਾ ਹੈ। ਸ਼ੰਕਾ ਤਾਂ ਅਸਲੀਅਤ ਵਿੱਚ ਆਈਆਂ ਔਕੜਾਂ ਨੂੰ ਵਧੇਰੇ ਹਾਨੀਕਾਰਕ ਕਰ ਦਿੰਦੀ ਹੈ। ਜਦੋਂ ਸਮੱਸਿਆ ਆ ਜਾਏ ਤਾਂ ਸੰਪੂਰਨ ਉਤਸ਼ਾਹ ਤੇ ਧੀਰਜ ਦੀ ਲੋੜ ਹੁੰਦੀ ਹੈ। ਹੁਣ ਅਸੀਂ ਭਲੀ ਪ੍ਰਕਾਰ ਜਾਣੂ ਹੋ ਗਏ ਹਾਂ ਕਿ ਕਿਸ ਤਰ੍ਹਾਂ ਡਰ ਮਾਨਸਿਕ ਕਾਰਜ ਸ਼ਕਤੀ ਨੂੰ ਨਸ਼ਟ ਕਰ ਦਿੰਦਾ ਹੈ ਜਾਂ ਕਿਵੇਂ ਕੰਮ ਦੀ ਸਫਲਤਾ ਨੂੰ ਰੋਕ ਲਾਉਂਦਾ ਹੈ। ਚਿੰਤਾ ਕਰਨ ਨਾਲ ਸਮੱਸਿਆ ਦਾ ਅੰਤ ਤਾਂ ਨਹੀਂ ਹੁੰਦਾ, ਸਗੋਂ ਮਨੁੱਖ ਹੀ ਢਹਿ ਢੇਰੀ ਹੋ ਜਾਂਦਾ ਹੈ। ਇਹ ਸਪਸ਼ਟ ਹੈ ਕਿ ਆਪ ਦੀ ਚਿੰਤਾ ਕਾਰਨ ਕੋਈ ਵੀ ਮੁਸ਼ਕਿਲ ਹੱਲ ਨਹੀਂ ਹੁੰਦੀ, ਸਗੋਂ ਮਨ ਦੀ ਕਾਰਜ ਸ਼ਕਤੀ ਨੂੰ ਹੀ ਨਸ਼ਟ ਕਰਦੀ ਹੈ। ਅਸੀਂ ਆਪਣੀ ਸੋਚਣ ਸ਼ਕਤੀ ਕਾਰਨ ਪਸ਼ੂਆਂ ਬਾਰੇ ਤਾਂ ਗਿਆਨ ਰੱਖਦੇ ਹਾਂ, ਪਰ ਆਪਣੇ ਬਾਰੇ ਸਭ ਕੁਝ ਭੁੱਲ ਜਾਂਦੇ ਹਾਂ ਕਿ ਜਦੋਂ ਅਸੀਂ ਚਿੰਤਾ ਤੇ ਤਸੀਹੇ ਤੋਂ ਪੀੜਤ ਹੁੰਦੇ ਹਾਂ ਤਾਂ ਅਸੀਂ ਕੋਈ ਵੀ ਕੰਮ ਸਹੀ ਢੰਗ ਨਾਲ ਕਰਨ ਦੀ ਸਮਰੱਥਾ ਗੁਆ ਬੈਠਦੇ ਹਾਂ। ਸਾਨੂੰ ਫਿਕਰ ਕਿਉਂ ਨਹੀਂ ਹੁੰਦਾ ਕਿ ਸਾਡਾ ਹਰ ਕੰਮ ਵਿਧੀ ਪੂਰਵਕ ਨਹੀਂ ਹੋ ਰਿਹਾ। ਉੱਤਮ ਕੰਮ ਦਾ ਅਰਥ ਹੈ ਸੰਤੁਲਿਤ ਕਾਰਜ। ਸੰਤੁਲਿਤ ਕਾਰਜ ਲਈ ਸਰੀਰ ਤੇ ਮਨ ਦਾ ਸੰਤੁਲਨ ਜ਼ਰੂਰੀ ਹੈ। ਸ਼ੰਕਾ ਕਰਨ ਨਾਲ ਮਨੁੱਖੀ ਸਰੀਰ ਦੇ ਨਾੜੀ ਸਿਸਟਮ 'ਚ ਵਿਕਾਰ ਪੈਦਾ ਹੋ ਜਾਂਦਾ ਹੈ। ਸ਼ੰਕਾ ਕਾਰਨ ਦਾਇਮੀ ਬਿਮਾਰ ਹੋਣ ਦੀ ਸੰਭਾਵਨਾ ਤੀਬਰ ਹੁੰਦੀ ਹੈ। ਆਪਣੀ ਸਫਲਤਾ ਦੇ ਇਸ ਦੁਸ਼ਮਣ ਨੂੰ ਆਪਣੇ ਮਨ 'ਚ ਪੈਦਾ ਹੋਣ ਤੋਂ ਪਹਿਲਾਂ ਹੀ ਕੱਢ ਮਾਰੋ। ਸ਼ੰਕਾ ਨੂੰ ਕਮਰ ਕੱਸਾ ਕਰਕੇ ਠੱਲ ਪਾਈ ਜਾ ਸਕਦੀ ਹੈ। ਦ੍ਰਿੜ ਨਿਸ਼ਚਾ ਸਦਕਾ ਸ਼ੰਕਾ ਨੂੰ ਅਲਵਿਦਾ ਕਿਹਾ ਜਾ ਸਕਦਾ ਹੈ। ਚਿੰਤਾ ਨੂੰ ਚਿਤਾ ਨਾ ਬਣਨ ਦਿੱਤਾ ਜਾਵੇ। ਸੰਕਲਪ ਤੇ ਆਤਮ ਵਿਸ਼ਵਾਸੀ ਮਨੁੱਖ ਨੂੰ ਨਿੱਘਰ ਰਹੇ ਜੀਵਨ ਤੋਂ ਮੁਕਤੀ ਦਿਵਾਉਣ 'ਚ ਸਫਲ ਹੋ ਸਕਦੇ ਹਨ। ਅਗਲਾ ਲੇਖ ਹੈ, ਅਖੀਰਲਾ ਲੇਖ ਹੈ, ਸੰਕਲਪ ਸ਼ਕਤੀ। ਘਬਰਾਉਣ ਤੇ ਡਰਨ ਦੀ ਲੋੜ ਨਹੀਂ। ਹਿੰਮਤ ਅਤੇ ਹੌਸਲੇ ਨਾਲ ਕੰਮ ਕੀਤਾ ਜਾਣਾ ਚਾਹੀਦਾ ਹੈ। ਉਤਸ਼ਾਹ ਕਾਰਨ ਵਧੇਰੇ ਸੰਕਟ ਟਲ ਜਾਂਦੇ ਹਨ। ਆਪ ਇਹਨਾਂ ਮੂਲ ਮੰਤਰਾਂ ਨੂੰ ਜੀਵਨ 'ਚ ਅਪਣਾ ਕੇ ਵੇਖੋ। ਕਿਸ ਪ੍ਰਕਾਰ ਸਫਲਤਾ ਪ੍ਰਾਪਤ ਹੁੰਦੀ ਹੈ। ਨਿਰਾਸ਼ਾ ਵਾਲੀ ਸੋਚ ਹੀ ਜੀਵਨ ਨੂੰ ਨਰਕ 'ਚ ਧੱਕਦੀ ਹੈ। ਨਿਰਾਸ਼ਮਈ ਵਿਅਕਤੀ ਆਪਣੇ ਪੈਰਾਂ ਤੇ ਆਪ ਹੀ ਕੁਹਾੜੀ ਮਾਰ ਲੈਂਦਾ ਹੈ। ਫਿਰ ਪਛਤਾਵੇ ਦਾ ਕੁਝ ਅਰਥ ਨਹੀਂ ਰਹਿ ਜਾਂਦਾ। ਨਿਰਾਸ਼ਾ ਕੇਵਲ ਮਨੁੱਖ ਦਾ ਵਹਿਮ ਤੇ ਭਰਮ ਹੈ। ਅਸੀਂ ਆਪ ਹੀ ਆਪਣੇ ਜੀਵਨ ਨੂੰ ਨਰਕ ਬਣਾ ਲੈਂਦੇ ਹਾਂ। ਬੁੱਧੀਜੀਵੀ ਐਮਰਸਨ ਦਾ ਸਵਾਲ ਹੈ, ਸ਼੍ਰੀਮਾਨ ਆਪ ਇਹ ਦੱਸੋ ਕਿ ਆਪ ਨਿਰਾਸ਼ਾਵਾਦੀ ਕਿਉਂ ਹੋ? ਆਪ ਦਾ ਕੀ ਉੱਤਰ ਹੋਏਗਾ? ਜੇਕਰ ਇਹ ਸਵਾਲ ਆਪ ਨੂੰ ਕੀਤਾ ਜਾਏ ਤਾਂ ਆਪ ਦਾ ਉੱਤਰ ਕੀ ਹੋਏਗਾ? ਨਿਰਾਸ਼ ਕਿਉਂ? ਆਖਿਰ ਕਾਰਨ ਕੀ ਹੈ? ਆਪ ਆਪਣੇ ਹੱਕ 'ਚ ਕਈ ਪ੍ਰਕਾਰ ਦੇ ਸਪਸ਼ਟੀਕਰਨ ਦੇਣ ਲਈ ਮਜਬੂਰ ਹੋ। ਹੁਣ ਕੀ ਹੋ ਸਕਦਾ ਹੈ? ਆਪ ਸੋਚਦੇ ਹੋ ਹੁਣ ਕੀ ਹੋ ਸਕਦਾ ਹੈ? ਆਪ ਦੇ ਸਮੂਹ ਤਰਕ ਝੂਠੇ ਪੈ ਜਾਂਦੇ ਹਨ। ਪਰੇਸ਼ਾਨੀ ਤੋਂ ਭੱਜਣਾ ਸੰਭਵ ਨਹੀਂ, ਇਹਦਾ ਡਟ ਕੇ ਮੁਕਾਬਲਾ ਕੀਤਾ ਜਾਏ। ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਿਭਾਉਣਾ ਹੀ ਸੱਚਾ ਧਰਮ ਹੈ। ਆਪ ਦੀ ਪਰੇਸ਼ਾਨੀ ਦਾ ਕੀ ਕਾਰਨ ਹੈ? ਕੇਵਲ ਵਹਿਮ ਜਾਂ ਭਰਮ? ਇਹ ਇੱਕ ਛਲਾਵਾ ਹੈ। ਇਸ ਪ੍ਰਕਾਰ ਅਸੀਂ ਡਰ ਦੇ ਚੁੰਗਲ 'ਚ ਫਸ ਜਾਂਦੇ ਹਾਂ, ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ, ਆਪਣੇ ਨਾਲ ਹੀ ਬੇਈਮਾਨੀ। ਚੇਤੇ ਰੱਖੋ, ਪਰੇਸ਼ਾਨੀ ਨਾਲ ਕੋਈ ਸਮੱਸਿਆ ਹੱਲ ਨਹੀਂ ਹੁੰਦੀ, ਸਗੋਂ ਔਕੜਾਂ ਰੁਕਾਵਟਾਂ 'ਚ ਵਾਧਾ ਹੁੰਦਾ ਹੈ। ਪਰੇਸ਼ਾਨੀ ਦਾ ਮੁਕਾਬਲਾ ਸੰਘਰਸ਼ ਨਾਲ ਕਰਕੇ ਸੁਖੀ ਜੀਵਨ ਦੀ ਆਸ ਕੀਤੀ ਜਾ ਸਕਦੀ। ਚੁੱਪਚਾਪ ਬਰਦਾਸ਼ਤ ਕਰਨ ਨਾਲ ਵਧੇਰੇ ਪਰੇਸ਼ਾਨੀਆਂ ਤੇ ਸਮੱਸਿਆਵਾਂ ਦਾ ਨਿਪਟਾਰਾ ਹੋ ਜਾਂਦਾ ਹੈ। ਆਦਮੀ ਉਹ ਸੱਚਾ ਜਿਹੜਾ ਅੱਤ ਦੀ ਮੁਸੀਬਤ ਸਮੇਂ ਸੰਕਲਪ ਕਰ ਆਤਮ ਵਿਸ਼ਵਾਸ ਦਾ ਸਹਾਰਾ ਲੈਂਦਾ ਹੈ। ਮਰਦ ਅਗੰਮੜਾ ਉਹ ਵਿਅਕਤੀ ਹੁੰਦਾ ਜਿਹੜਾ ਜੂਝਦਾ ਹੈ, ਦੂਸਰਿਆਂ ਦੀ ਹਮਦਰਦੀ ਦਾ ਪਾਤਰ ਨਹੀਂ ਬਣਨਾ ਚਾਹੁੰਦਾ। ਸੰਕਟ ਸਮੇਂ ਸ਼ਾਂਤ ਮਨ ਤੇ ਸੰਕਲਪ ਕਾਇਆ ਕਲਪ ਕਰਦੇ ਹਨ। ਪਛਤਾਵਾ ਜਾਂ ਅਫਸੋਸ ਨਾਲ ਹੱਥ ਤੇ ਹੱਥ ਰੱਖ ਕੇ ਕੁਝ ਸੰਵਰ ਨਹੀਂ ਸਕਦਾ।
ਨੈਪੋਲੀਅਨ ਤੋਂ ਪੁੱਛੇ ਜਾਣ ਤੇ ਤੇਰੀ ਸਫਲਤਾ ਦਾ ਰਾਜ਼ ਕੀ ਹੈ, ਉੱਤਰ ਦਿੱਤਾ ਸੀ, ਮੇਰਾ ਵਿਸ਼ਵਾਸ ਤੇ ਸਤਰਕਤਾ। ਉਹ ਯੁੱਧ ਵੇਲੇ ਡਰਦਾ ਨਹੀਂ ਸੀ ਤੇ ਯੁੱਧ ਸੰਚਾਲਨ ਆਪ ਕਰਦਾ ਸੀ। ਉਹ ਕਿੰਤੂ ਪਰੰਤੂ ਨਹੀਂ ਕਰਦਾ ਸੀ। ਉਹ ਈਸ਼ਵਰ ਵੱਲੋਂ ਦਿੱਤੀ ਸ਼ਕਤੀ ਦਾ ਸਹੀ ਪ੍ਰਯੋਗ ਕਰਦਾ ਸੀ। ਇਸ ਸ਼ਕਤੀ ਦਾ ਨਾਮ ਹੈ ਬੁੱਧੀ। ਇਸ ਦਾ ਉਪਯੋਗ ਕੀਤਾ ਜਾਏ, ਬੁੱਧੀ ਨਾਲ ਕੰਮ ਕੀਤਾ ਜਾਏ। ਅਰਸਤੂ ਲਿਖਦਾ ਹੈ, ਸੰਕਟ ਸਮੇਂ ਬੇਵਕੂਫ ਵਿਅਕਤੀ ਵੀ ਬੁੱਧੀਮਾਨੀ ਦੀਆਂ ਗੱਲਾਂ ਕਰਨ ਲੱਗ ਪੈਂਦਾ ਹੈ। ਇਸ ਲਈ ਸੋਚੋ ਤੇ ਵਿਚਾਰੋ। ਆਦਮੀ ਦੇ ਜੀਵਨ 'ਚ ਉਤਰਾਅ ਚੜ੍ਹਾਅ ਆਉਂਦੇ ਹੀ ਹਨ, ਪਰ ਹੌਸਲਾ ਨਹੀਂ ਹਾਰਨਾ ਚਾਹੀਦਾ। ਬੁੱਧੀ ਦਾ ਪ੍ਰਯੋਗ ਕਰ ਹਰ ਕੰਮ ਸੁਲਝ ਸਕਦਾ ਹੈ। ਆਪ ਦਾ ਜੀਵਨ ਸੁਖੀ ਹੋ ਜਾਏਗਾ। ਆਪ ਸੁਖ ਜੀਵਨ ਦਾ ਆਨੰਦ ਮਾਣੋਗੇ। ਇੱਕ ਅਜਿਹੀ ਰੱਬੀ ਸ਼ਕਤੀ ਹੈ ਕਿ ਕੋਈ ਔਕੜ ਰੁਕਾਵਟ ਨਹੀਂ ਬਣ ਸਕਦੀ। ਬੁੱਧੀ ਹੁੰਦੇ ਹੋਏ ਕਿਸੇ ਤੰਤਰ ਮੰਤਰ ਜਾਂ ਯੰਤਰ ਦੀ ਲੋੜ ਨਹੀਂ ਹੁੰਦੀ। ਬੁੱਧੀ ਬਹੁਤ ਬਲਵਾਨ ਹੈ, ਨਾ ਕਿ ਕਿਸਮਤ। ਬੁੱਧੀ ਦਾ ਪ੍ਰਯੋਗ ਹੀ ਲਾਭਕਾਰੀ ਹੈ। ਕੀ ਕਰਨਾ ਹੈ, ਇਸ ਗੱਲ ਨੂੰ ਸਹੀ ਢੰਗ ਨਾਲ ਵਿਚਾਰ ਕਰਨਾ ਚਾਹੀਦਾ ਹੈ। ਜੇਕਰ ਕੋਸ਼ਿਸ਼ ਨਹੀਂ ਕੀਤੀ ਜਾਏਗੀ ਤੇ ਸਫਲਤਾ ਕਿਵੇਂ ਪ੍ਰਾਪਤ ਹੋ ਸਕਦੀ ਹੈ। ਅਜਿਹਾ ਨਾ ਕਰਨ ਦੀ ਹਾਲਤ ਵਿੱਚ ਹਾਰ ਨਿਸ਼ਚਿਤ ਹੈ। ਪਰੇਸ਼ਾਨੀ ਦਾ ਅਰਥ ਹੈ ਆਪਣੇ ਆਪ ਨੂੰ ਹਾਸੋਹੀਣਾ ਬਣਾਉਣਾ। ਇਸ ਪ੍ਰਕਾਰ ਆਪ ਦਾ ਕੋਈ ਕੰਮ ਪੂਰਾ ਨਹੀਂ ਹੋ ਸਕਦਾ। ਜੇ ਦ੍ਰਿੜ ਨਿਸ਼ਚਾ ਕਰ ਲਿਆ ਤਾਂ ਜਿੱਤ ਯਕੀਨੀ ਹੈ। ਗੀਤਾ ਵਿੱਚ ਇੱਕ ਪ੍ਰਸੰਗ ਹੈ, ਜਿਹਾ ਸੋਚੋਗੇ ਵੈਸਾ ਹੀ ਵਾਪਰ ਜਾਏਗਾ। ਭਾਵੇਂ ਮਨੋਬਿਰਤੀ ਆਸ਼ਾਵਾਦੀ ਹੋਵੇ ਤਾਂ ਸਫਲਤਾ ਪ੍ਰਾਪਤ ਹੋਏਗੀ। ਕੁਝ ਵਿਅਕਤੀ ਸੋਚਾਂ ਦੀ ਘੁੰਮਣ ਘੇਰੀ 'ਚ ਫਸ ਕੇ ਆਪਣੀ ਨੀਂਦ ਹਰਾਮ ਕਰ ਲੈਂਦੇ ਹਨ। ਕਿਸੇ ਦੁਖਦਾਈ ਸੂਚਨਾ ਕਾਰਨ ਮਨ ਨੂੰ ਅਡੋਲ ਰੱਖੋ ਤੇ ਸੁੱਖ ਦੀ ਆਸ ਮਨ 'ਚ ਜਗਾਈ ਰੱਖੋ। ਜਿਹੜਾ ਮਨੁੱਖ ਸਦਾ ਖੁਸ਼ ਰਹਿੰਦਾ ਹੈ, ਬੇਫਿਕਰ ਮਸਤ ਰਹਿੰਦਾ ਹੈ, ਉਹਨੂੰ ਮਾਨਸਿਕ ਜਾਂ ਸਰੀਰਕ ਔਕੜਾਂ ਪੀੜਤ ਨਹੀਂ ਕਰ ਸਕਦੀਆਂ। ਆਪਣੇ ਦੁਸ਼ਮਣ ਚਿੰਤਾ ਨੂੰ ਦੂਰ ਰੱਖੋ। ਆਪਣੇ ਸਰੀਰ ਨੂੰ ਸਵਸਥ ਰੱਖਣ ਦਾ ਉਪਾਅ ਕਰਦੇ ਰਹੋ। ਹਰ ਸੰਕਟ ਦੀ ਘੜੀ ਦਾ ਦਲੇਰੀ ਨਾਲ ਮੁਕਾਬਲਾ ਕੀਤਾ ਜਾਏ। ਚੰਗੇ ਸਵਾਸਥ ਦਾ ਇਹ ਪਿਆਰਾ ਭੇਦ ਹੈ। ਬਿਮਾਰ ਸਰੀਰ ਦਾ ਦੂਜਾ ਨਾਂ ਹੈ ਆਪਣੇ ਵਿੱਤ ਤੋਂ ਬਾਹਰ ਹੋ ਕੇ ਕੰਮ ਕਰਨਾ, ਭਾਵ ਸਮਰੱਥਾ ਅਨੁਸਾਰ ਕੰਮ ਕਰਨਾ ਹਾਨੀਕਾਰਕ ਨਹੀਂ ਹੁੰਦਾ। ਸਮਰੱਥਾ ਅਨੁਸਾਰ ਕੰਮ ਕਰਨਾ ਲਾਭਦਾਇਕ ਹੈ। ਤਾਂ ਹੀ ਕਿਹਾ ਜਾਂਦਾ ਹੈ ਕਿ ਆਪਣੀ ਚਾਦਰ ਅਨੁਸਾਰ ਪੈਰ ਪਸਾਰਨੇ ਚਾਹੀਦੇ ਹੈ। ਲੋਭ ਕਾਰਨ ਵੱਧ ਕੰਮ ਕਰਨ ਦਾ ਮਤਲਬ ਹੈ ਆਪਣੇ ਸਰੀਰ ਨੂੰ ਪੀੜਤ ਕਰਨਾ। ਜੇ ਸਰੀਰ ਹੀ ਤੰਦਰੁਸਤ ਨਹੀਂ ਤਾਂ ਅਨੇਕਾਂ ਪਦਾਰਥਾਂ ਦਾ ਕੀ ਲਾਭ। ਧਨ ਦੌਲਤ ਸਭ ਵਿਅਰਥ ਤੇ ਬੇਅਰਥ। ਆਪਣੇ ਆਪ ਨੂੰ ਤਸੀਹੇ ਨਾ ਦਿਓ। ਆਪਣੀ ਸਮਰੱਥਾ ਅਨੁਸਾਰ ਕੰਮ ਕਰੋ। ਸਰੀਰ ਨੂੰ ਵੀ ਆਰਾਮ ਦੀ ਲੋੜ ਹੈ। ਜਿਹੜੀ ਸ਼ਕਤੀ ਆਪ ਮਿਹਨਤ ਕਰਕੇ ਗਵਾਉਂਦੇ ਹੋ, ਉਹਨੂੰ ਮੁੜ ਸੁਰਜੀਤ ਕਰਨ ਲਈ ਆਰਾਮ ਦੀ ਲੋੜ ਹੈ। ਜੇ ਆਰਾਮ ਨਾ ਕੀਤਾ ਜਾਏ ਤੇ ਊਰਜਾ ਸੁਰਜੀਤ ਨਹੀਂ ਹੋ ਸਕਦੀ। ਵਧੇਰੇ ਭੱਜ ਨੱਸ ਜਾਂ ਵਿਹਲੜ ਰਹਿਣ ਵਾਲੀ ਆਦਤ ਬੁਰੀ ਆਦਤ ਹੈ। ਸੁਚੱਜੇ ਢੰਗ ਨਾਲ ਕੰਮ ਕੀਤਾ ਜਾਣਾ ਹੀ ਸਫਲਤਾ ਦੀ ਕੁੰਜੀ ਹੈ। ਆਪਣੀ ਭਾਵਨਾ ਨੂੰ ਸਦਾ ਜੀਵਤ ਰੱਖੋ ਤੇ ਆਪ ਦੀ ਜਿੱਤ ਨਿਸ਼ਚਿਤ ਹੈ। ਸਥਿਰ ਭਾਵਨਾ ਵਾਲਾ ਮਨੁੱਖ ਹੀ ਜੀਵਨ ਦੇ ਹਰ ਖੇਤਰ 'ਚ ਸਫਲਤਾ ਪ੍ਰਾਪਤ ਕਰਦਾ ਹੈ ਤੇ ਸ਼ਾਨ ਨਾਲ ਰਹਿੰਦਾ ਹੈ। ਇਹ ਜੀਵਨ ਜਿਉਣ ਲਈ ਹੈ, ਸੰਦਲੀ ਪੈੜਾਂ ਕਰਦਾ ਜਾ। ਧੰਨਵਾਦ।